ਟਾਈਮ ਹੁੰਦੇ ਸੀ ਜਦੋਂ ਕਿ ਆਪਣਾ ਜਿਹੜਾ ਘਰ ਹੈਗਾ ਲੋਕ ਉਹਨੂੰ ਆਪਣੇ ਨਾ ਸੇਵਿੰਗ ਅਕਾਊਂਟ ਦੀ ਤਰ੍ਹਾਂ ਯੂਜ਼ ਕਰਦੇ ਸੀ। ਮੀਨਸ ਕਿ ਤੁਸੀਂ ਇੱਕ ਵਾਰੀ ਘਰ ਲੈ ਲਿਆ ਤਾਂ ਤੁਸੀਂ ਉਹਨੂੰ ਬਸ ਪੇ ਆਫ ਕਰਨਾ ਵਾ ਹੈ ਨਾ, ਅਤੇ ਤੁਹਾਨੂੰ ਉਹ ਘਰ ਹੁੰਦਾ ਸੀ ਇੱਥੇ ਤੁਸੀਂ 20 ਸਾਲ 40 ਸਾਲ ਰਹਿੰਦੇ ਸੀ ਹੈ ਨਾ। ਇੱਕ ਕੁਇੱਕ ਸਟੋਰੀ ਹੈ ਕਿ ਮੈਂ ਹੁਣ ਇੱਕ ਡੀਲ ਕਲੋਜ਼ ਕੀਤੀ ਤਾਂ ਉਹ ਆਪਣਾ ਜਿਹੜਾ ਘਰ ਸੀ ਉਹ ਕਿਸੇ ਨਾ ਆਪਣੇ ਪੁਰਾਣੇ ਬਜ਼ੁਰਗ ਦਾ ਸੀ, ਉਹ ਇਟਾਲੀਅਨ ਬੰਦਾ ਸੀਗਾ ਹੈ ਨਾ, ਅਤੇ ਮੈਂ ਕਦੇ ਇੱਦਾਂ ਹੁੰਦਾ ਦੇਖਿਆ ਨਹੀਂ ਸੀ ਹੈ ਨਾ। ਅਤੇ ਜਿਸ ਦਿਨ ਅਸੀਂ ਕਲੋਜ਼ਿੰਗ ਲਈ ਫਾਈਨਲ ਵਾਕ ਥਰੂ ਕਰਨ ਗਏ ਅਤੇ ਉੱਦਾਂ ਉਹ ਬੰਦਾ ਲਿਟਰਲੀ ਰੋ ਰਿਹਾ ਸੀਗਾ। ਹੀ ਵਾਜ਼ ਲਾਈਕ ਆਲਮੋਸਟ ਕਾਫੀ ਏਜ ਹੋਣੀ ਉਹ ਬੰਦੇ ਦੀ, ਘੱਟੋ ਘੱਟ 70 ਕੁ ਸਾਲ ਦਾ ਬਜ਼ੁਰਗ ਬੰਦਾ ਹੋਣਾ, ਇਟਾਲੀਅਨ ਸੀ ਹੈ ਨਾ, ਗੋਰਾ। ਅਤੇ ਉਹ ਬੰਦਾ ਰੋ ਰਿਹਾ ਸੀਗਾ, ਲਾਈਕ ਕਿੰਨਾ ਬੰਦਾ ਉਹ ਅਟੈਚ ਸੀ ਆਪਦੇ ਆਪਣੇ ਘਰ ਦੇ ਨਾਲ ਹੈ ਨਾ। ਬੜਾ ਪੁਰਾਣਾ ਬੰਗਲੋ ਸਟਾਈਲ ਸੀਗਾ ਘਰ, ਬੜਾ ਮਜ਼ਬੂਤ ਘਰ ਸੀਗਾ ਹੈ ਨਾ। ਅਤੇ ਮੈਨੂੰ ਬੜਾ ਹੈਰਾਨੀ ਹੋਈ ਸੋਚ ਕੇ, ਪਰ ਉਹ ਉਹਨੇ ਵਾਕ ਥਰੂ ਕਰ ਰਹੇ ਸੀ ਤਾਂ ਉਹ ਵਾਰ ਇੱਕ ਗੱਲ ਕਰ ਰਿਹਾ ਸੀ, ਇੱਥੇ ਮੇਰਾ ਜਵਾਕ ਜਾਂਦੇ ਹੁੰਦੇ ਸੀ ਸਕੂਲ ਪੜ੍ਹਨ, ਇੱਥੇ ਮੇਰੀ ਮੋਮ ਹੁੰਦੀ ਸੀ ਸਾਡੇ ਨਾਲ, ਅਸੀਂ ਇੱਥੇ ਬਹਿੰਦੇ ਹੁੰਦੇ ਸੀ ਅਤੇ ਅਸੀਂ ਆਹ ਕੁਛ ਕਰਦੇ ਹੁੰਦੇ। ਮੀਨਸ ਲਾਈਕ ਬੜੀਆਂ ਯਾਦਾਂ ਜੁੜੀਆਂ ਸੀ ਉਹ ਬੰਦੇ ਦੀਆਂ ਘਰ ਦੇ ਨਾਲ ਹੈ ਨਾ। ਅਤੇ ਬੰਦੇ ਨੂੰ ਲੱਗ ਰਿਹਾ ਸੀ ਕਿ ਉਹ ਘਰ ਵੀ ਨਾ ਕਈ ਵਾਰ ਹੁਣ ਤਾਂ ਆਪਣੇ ਚਲੋ ਜਿਵੇਂ ਡਾਕੂ ਸਾਈਨ ਕਰ ਦਿੰਦੇ ਹਾਂ ਆਪਾਂ ਹੈ ਨਾ, ਈਮੇਲ ਦੇ ਉੱਤੇ ਸਾਈਨ ਹੁੰਦੇ, ਉਹ ਬੰਦੇ ਨੇ ਜਦੋਂ ਆਪਣਾ ਆਫਰ ਐਕਸੈਪਟ ਕੀਤਾ ਸਾਡਾ ਹੈ ਨਾ, ਤਾਂ ਉਹ ਬੰਦਾ ਇਹ ਜਿਹੜਾ ਏਜੰਟ ਸੀ ਦੂਜੇ ਪਾਸੇ ਲਿਸਟਿੰਗ ਏਜੰਟ ਸੀ, ਤਾਂ ਉਹ ਪੇਪਰ ਪ੍ਰਿੰਟ ਕਰਕੇ ਉਹਦੇ ਕੋਲ ਲੈ ਕੇ ਗਈ ਅਤੇ ਹੀ ਵਾਂਟਡ ਟੂ ਸਾਈਨ ਵਿਦ ਹੈਂਡ, ਕਿ ਮੈਨੂੰ ਫੀਲ ਆਵੇ ਕਿ ਮੈਂ ਉਹਦਾ ਘਰ ਵੇਚ ਰਿਹਾ ਹਾਂ, ਓਲਡ ਸਟਾਈਲ ਹੈ ਨਾ। ਅਤੇ ਮੇਰੇ ਲਈ ਬੜੀ ਡਿਫਰੈਂਟ ਜਿਹੀ ਚੀਜ਼ ਸੀਗੀ। ਮੈਂ ਉਹਨੂੰ ਅਸਲ 'ਚ ਪੁੱਛ ਮੈਂ ਕਿਹਾ ਤੁਸੀਂ ਡਾਕੂ ਸਾਈਨ ਕਰਾ ਕੇ ਕੰਮ ਡੀਲ ਡਨ ਕਰੋ ਛੇਤੀ ਹੈ ਨਾ, ਕਿਉਂਕਿ ਵਾਰ ਤੁਹਾਨੂੰ ਪਤਾ ਹੁੰਦਾ ਕਿ ਐਨੀ ਟਾਈਮ ਕੁਛ ਵੀ ਹੋ ਸਕਦਾ ਹੁੰਦਾ ਕਿ ਹੈ ਨਾ। ਅਤੇ ਪਰ ਇਹਦੀ ਬੜਾ ਇੱਕ ਡਿਫਰੈਂਟ ਜਿਹਾ ਐਕਸਪੀਰੀਅੰਸ ਸੀ ਮੇਰੇ ਲਈ ਹੈ ਨਾ। ਪਰ ਉਹ ਬੰਦੇ ਨੇ ਆਪਣਾ ਘਰ ਜਿਹੜਾ ਹੈਗਾ ਇੱਕ ਤੌਰ 'ਤੇ ਜਿਵੇਂ ਸੇਵਿੰਗ ਅਕਾਊਂਟ ਲਈ ਯੂਜ਼ ਕੀਤਾ ਸੀਗਾ। 40 ਸਾਲ 45 ਸਾਲ ਬੰਦਾ ਇੱਕੇ ਘਰ ਦੇ ਵਿੱਚ ਰਿਹਾ, ਉੱਥੇ ਉਹਦੀ ਫੈਮਿਲੀ ਵੱਡੀ ਹੋਈ, ਉੱਥੇ ਉਹਦੀ ਮੋਮ ਸੀ, ਉਹ ਸ਼ੀ ਪਾਸਡ ਅਵੇ, ਹਿਜ਼ ਵਾਈਫ ਪਾਸਡ ਅਵੇ ਹੈ ਨਾ। ਤਾਂ ਬੜੀਆਂ ਯਾਦਾਂ ਜੁੜੀਆਂ ਸੀ ਕਿ ਮੇਰੀ ਵਾਈਫ ਇੱਥੇ ਇੱਦਾਂ ਦਾ ਕਰਕੇ ਅਸੀਂ ਆਹ ਬਣਾਇਆ ਉਹ ਬਣਾਇਆ ਹੈ ਨਾ। ਇਕੱਲੀ ਘਰ ਦੀ ਚੀਜ਼ ਉਹਨੂੰ ਪਤਾ ਸੀ ਕਿਹੜੀ ਕਿੱਥੇ ਸੀ, ਕਿਵੇਂ ਵਰਕ ਕਰਦੀ, ਕਿਵੇਂ ਉਹਨੇ ਇੰਨੀਆਂ ਚੀਜ਼ਾਂ ਸਾਫ਼ ਸੁਥਰੀਆਂ ਰੱਖੀਆਂ ਹੋਈਆਂ ਸੀ ਹੈ ਨਾ। ਤਾਂ ਉੱਥੇ ਮੈਨੂੰ ਲੱਗ ਗਿਆ ਕਿ ਇਹ ਬੰਦੇ ਨੇ ਜਾਣੀ ਕਿ ਉਹ ਘਰ ਇੱਕ ਸੇਵਿੰਗ ਦੇ ਤੌਰ 'ਤੇ ਲਿਆ ਹੋਇਆ ਸੀਗਾ ਕਿ ਹਾਂ ਮੈਂ ਇੱਥੇ ਹੀ ਰਹਿਣਾ, ਇੱਕ ਘਰ ਮੈਂ ਰੱਖਣਾ ਹੈ ਨਾ। ਪਰ ਅੱਜ ਕੱਲ੍ਹ ਹੈਗਾ ਕਿ ਬੜਾ ਨੈਰੇਟਿਵ ਚੇਂਜ ਹੋ ਗਿਆ ਕਿ ਲੋਕ ਆਪਣਾ ਘਰ ਸੇਵਿੰਗ ਅਕਾਊਂਟ ਦੀ ਬਜਾ ਹੈ ਨਾ ਇੱਕ ATM ਦੇ ਤੌਰ 'ਤੇ ਯੂਜ਼ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਹੈ ਨਾ। ਕਿ ਤੁਸੀਂ ਕਰ ਲੈਂਦੇ ਹੋ, ਫਿਰ ਤੁਸੀਂ 2 ਸਾਲਾਂ ਬਾਅਦ ਉਹਨੂੰ ਰੀਫਾਈਨੈਂਸ ਕਰਾ ਲਿਆ, ਚਾਹੇ ਵੇਚਦਾ ਰਾਈਟ, ਪ੍ਰਾਈਸ ਵਧੀ ਰਾਈਟ ਵੀ ਤੁਸੀਂ ਵੇਚ ਦਿੰਦੇ ਹੋ। ਬੜਾ ਆਪਾਂ ਜਿਵੇਂ ਆਪਣੇ ਇਮੋਸ਼ਨਲੀ ਆਪਾਂ ਅਟੈਚ ਨਹੀਂ ਹੁੰਦੇ ਹੈ ਨਾ ਘਰਾਂ ਦੇ ਨਾਲ ਅੱਜ ਕੱਲ੍ਹ ਹੈ ਨਾ। ਇੱਕ ਟਾਈਮ ਇੱਦਾਂ ਹੁੰਦਾ ਸੀ ਜਦੋਂ ਆਪਾਂ ਓਨਰਸ਼ਿਪ ਦਾ ਪ੍ਰਾਈਡ ਲੈਂਦੇ ਹੁੰਦੇ ਸੀ ਰਾਈਟ, ਆਪਾਂ ਘਰ ਲੈਂਦੇ ਸੀ ਕਿ ਆਪਾਂ ਇਹ 'ਚ ਰਹਿਣਾ ਆ, ਆਪਾਂ 'ਚ ਆਪਣੀਆਂ ਮੈਮਰੀਆਂ ਬਣਾਉਣੀਆਂ ਆ, ਬੱਚੇ ਹੋਣਗੇ ਠੀਕ ਆ, ਆਪਣੇ ਮਾਂ ਬਾਪ ਹੋਣਗੇ, ਸੋ ਆਪਾਂ ਫੰਕਸ਼ਨ ਕਰਾਂਗੇ, ਸੋ ਇੱਕ ਮੈਮਰੀਜ਼ ਹੁੰਦੀ ਸੀ। ਆਪਾਂ ਇੰਡੀਆ 'ਚ ਆਪਾਂ ਆਏ ਹਾਂ ਰਾਈਟ, ਉੱਥੇ ਬਸ ਇੱਕ ਘਰ ਲਿਆ ਅਤੇ ਉੱਚੀ ਰਹੇ ਸਾਰੀ ਉਮਰ, ਦਾਦੇ ਪੜਦਾਦੇ ਸਾਰੇ ਉੱਥੇ ਹੀ ਹੁੰਦੇ ਸੀ। ਬੰਦਾ ਆਏ ਹੁੰਦਾ ਸੀ ਕਿ ਤੁਸੀਂ ਘਰ ਉਹੀ ਹੁੰਦਾ ਸੀ, ਭਾਵੇਂ ਘਰ ਪੁਰਾਣਾ ਹੋ ਗਿਆ ਜਾਂ ਤੁਸੀਂ ਢਾਹ ਕੇ ਉੱਥੇ ਹੀ ਬਣਾ ਲੈਂਦੇ ਸੀ ਹੈ ਨਾ। ਕਲਚਰ ਬਣ ਜਾਂਦਾ ਸੀ, ਸਟਰੀਟ ਕਲਚਰ ਬਣ ਜਾਂਦਾ ਸੀ। ਹਾਂ ਪਰ ਹੁਣ ਪ੍ਰੋਬਲਮ ਇਹ ਆਈ ਹੈ, ਦੇਖੋ ਕੋਵਿਡ ਕਰਕੇ ਸਪੈਸ਼ਲੀ ਲਾਸਟ 3 ਸਾਲਾਂ ਦੇ ਵਿੱਚ ਇੰਟਰਸਟ ਰੇਟ ਇੰਨੇ ਡਾਊਨ ਹੋ ਗਏ ਆ। ਆਪਾਂ ਨੂੰ ਲੱਗਦਾ ਹੈ ਕਿ ਜਿਹੜਾ ਘਰ ਹੈ ਨਾ ਆਪਣਾ, ਉਹ ਵੀ ਇੱਕ ਇਨਕਮ ਸੋਰਸ ਹੋ ਗਿਆ ਬੇਸਿਕਲੀ। ਉਹਨੂੰ ਅਸੀਂ ਇੱਕ ATM ਕਾਈਂਡ ਆਫ ਕਿ ਆਪਾਂ ਇਹਨੂੰ 1 ਸਾਲ 2 ਸਾਲ ਲੱਗਦੇ ਹਾਂ, ਰੀਫਾਈਨੈਂਸ ਕਰਾਉਂਦੇ ਹਾਂ ਜਾਂ ਵੇਚਦੇ ਹਾਂ, ਪੈਸਾ ਕੱਢਦੇ ਹਾਂ, ਨੈਕਸਟ ਘਰ 'ਤੇ ਜਾਂਦੇ ਹਾਂ। ਪਰ ਆਪਾਂ ਨੂੰ ਇਹ ਭੁੱਲ ਗਿਆ ਹੈ ਕਿ ਕੈਨੇਡਾ ਦੇ ਵਿੱਚ ਮੌਰਗੇਜ ਸਿਸਟਮ ਹੈਗਾ ਆ, ਅਤੇ ਇੱਥੇ ਜਦੋਂ ਵੀ ਤੁਸੀਂ ਨਵਾਂ ਘਰ ਲੈਂਦੇ ਆ ਐਮੋਰਟਾਈਜੇਸ਼ਨ ਦੁਬਾਰਾ ਸ਼ੁਰੂ ਹੁੰਦੀ ਆ ਰਾਈਟ। ਤੁਸੀਂ ਦੁਬਾਰਾ ਹੁਣ 30 ਸਾਲ ਦੇ ਚੱਕਰ 'ਚ ਪੈ ਗਏ। ਸੋ ਜਦੋਂ ਇੰਟਰਸਟ ਜਿੱਦਾਂ ਅੱਜ ਕੱਲ੍ਹ ਹੁਣ ਇੰਟਰਸਟ ਰੇਟ ਉੱਪਰ ਚਲ ਗਿਆ ਆ, ਹੁਣ ਤੁਸੀਂ ਘਰ ਵੇਚ ਨਹੀਂ ਸਕਦੇ ਕਿਉਂਕਿ ਹੁਣ ਵਿਕ ਨਹੀਂ ਰਹੇ, ਤੁਹਾਨੂੰ ਪੈਸਾ ਨਹੀਂ ਲੱਭ ਰਿਹਾ। ਹੁਣ ਤੁਸੀਂ ਸਟੇ ਕਰਨਾ ਉਹ ਘਰ 'ਚ, ਹੁਣ ਤੁਸੀਂ ਸਟਕ ਹੋ ਗਏ ਆ। ਇੱਕ ਤਾਂ ਪੇਮੈਂਟ ਵੱਧ ਗਈ, ਇੱਕ ਤੁਸੀਂ ਸਟਕ ਹੋ ਗਏ ਆ, ਹੁਣ ਤੁਹਾਨੂੰ ਹੈਵ ਟੂ ਉਹ ਘਰ 'ਚ ਰਹਿਣਾ ਪੈ ਰਿਹਾ। ਜਦ ਕਿ ਇਹ ਚੀਜ਼ ਪਹਿਲੇ ਹੋਣੀ ਚਾਹੀਦੀ ਸੀ ਕਿ ਤੁਸੀਂ ਘਰ ਦੇ ਵਿੱਚ ਰਹਿ ਰਹੇ ਆ, ਇਸ ਲਈ ਰਹਿ ਰਹੇ ਕਿਉਂਕਿ ਤੁਸੀਂ ਇਹ ਘਰ ਆਪਣੇ ਰਹਿਣ ਲਈ ਲਿਆ ਹੈ ਨਾ। ਅਤੇ ਇਨਵੈਸਟਮੈਂਟ ਪ੍ਰੋਪਰਟੀਜ਼ ਉਹ ਅਲੱਗ ਚੀਜ਼ ਆ ਜਾਂਦੀ, ਤੁਸੀਂ ਪੈਸਾ ਉਹ 'ਚੋਂ ਬਣਾਓ। ਪਰ ਜਦੋਂ ਤੁਹਾਡਾ ਆਪਣਾ ਹੀ ਘਰ, ਉਹਦੇ ਵਿੱਚੋਂ ਤੁਸੀਂ ਪੈਸਾ ਬਣਾਉਣ ਵਾਲੇ ਸੋਚਣ ਲੱਗ ਪਏ, ਫਿਰ ਉਹ ਬੈਡ ਹੋ ਜਾਂਦਾ। ਕਈ ਵਾਰ ਐਂ ਹੁੰਦਾ ਨਾ ਕਿ ਬੈਠੇ ਘਰ ਦੀ ਕੀਮਤ ਵੱਧ ਜਾਂਦੀ। ਹੁਣ ਕਈ ਵਾਰ ਜਦੋਂ ਕੋਵਿਡ ਦਾ ਆਹ ਸ਼ੁਰੂ ਹੋਇਆ ਅਤੇ ਘਰਾਂ ਦੀਆਂ ਪ੍ਰਾਈਸਾਂ ਤੁਸੀਂ ਦੇਖਿਆ ਹੋਣਾ ਕਿ ਵੀਕ ਦੇ ਵਿੱਚ ਇੱਕ ਘਰ ਵਿਕ ਗਿਆ 50,000 ਵੱਧ ਗਿਆ, ਦੂਜਾ ਸਟਰੀਟ 'ਤੇ ਵਿਕ ਗਿਆ ਉਹ ਹੋਰ 50,000 ਵੱਧ ਗਿਆ। ਮਤਲਬ ਕਿ ਤੁਹਾਨੂੰ ਸੋਚਣੇ ਮਜਬੂਰ ਹੋ ਜਾਂਦਾ ਕਿ ਇਹ ਚੱਲ ਕੀ ਰਿਹਾ ਹੈ ਨਾ। ਕਿ ਇੱਕ ਆਪਣਾ ਕੀ ਕਹਿੰਦੇ ਇੱਕ ਵੀਕ ਦੇ ਵਿੱਚ ਇਹੋ ਜਿਹਾ ਦੂਜੇ ਘਰ ਨੇ ਕੀ ਚੇਂਜ ਕਰਤਾ ਆਪਦੇ ਘਰ ਦੇ ਵਿੱਚ, ਐਸੀ ਕਿਹੜੀ ਚੀਜ਼ ਚੇਂਜ ਹੋ ਗਈ ਕਿ ਤੁਹਾਡੀ ਘਰ ਦੀ ਪਏ ਦੀ 1-2 ਵੀਕਾਂ ਦੇ ਵਿੱਚ ਹੀ $1,00,000 ਪ੍ਰਾਈਸ ਵੱਧ ਗਿਆ ਰਾਈਟ। ਇਹੋ ਜਿਹਾ ਕੁਛ ਤੁਸੀਂ ਕੋਈ ਰੈਨੋਵੇਸ਼ਨ ਨਹੀਂ ਕਰਾਈ ਹੈਗੀ, ਪਰ ਬੰਦੇ ਨੂੰ ਸੋਚਣ ਦੇ ਮਜਬੂਰ ਹੋਣਾ ਚਾਹੀਦਾ ਕਿ ਸਪੈਕੂਲੇਸ਼ਨ ਹੁੰਦੀ ਵੀ ਕਿਉਂ ਹੈ ਨਾ, ਅਤੇ ਇਹ ਕਿਹੜੇ ਲੈਵਲ 'ਤੇ ਹੁੰਦੀ ਹੈ। ਕਈ ਵਾਰ ਆਪਾਂ ਉਹ ਬੜੇ ਨੈਰੇਟਿਵ ਦੇ ਵਿੱਚ ਭੱਜ ਲੈਂਦੇ ਹਾਂ ਕਿ ਹਾਂਜੀ ਚੀਜ਼ਾਂ ਪਈਆਂ ਵੱਧ ਜਾਂਦੀਆਂ, ਲੈਵਰੇਜ ਕਰਨਾ ਜ਼ਰੂਰੀ ਆ, ਪਰ ਤੁਸੀਂ ਕਿਹੜੀ ਚੀਜ਼ ਨੂੰ ਲੈਵਰੇਜ ਕਰ ਰਹੇ ਹੋ ਹੈ ਨਾ। ਨਾਲੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ, ਦੇਖੋ
ਕਿ ਆਪਾਂ ਨੂੰ ਇਹ ਚੀਜ਼ ਹਮੇਸ਼ਾ ਸਮਝਣੀ ਚਾਹੀਦੀ ਆ ਕਿ ਆਪਾਂ ਭਾਵੇਂ ਹੇਅਰਸ ਅ ਥਿੰਗ ਕਿ ਲਾਸਟ 2-3 ਸਾਲ ਤੋਂ ਜੋ ਮਾਰਕੀਟ ਨੇ ਕੀਤਾ ਤੇ ਅੱਜ ਜੋ ਮਾਰਕੀਟ ਕਰ ਰਹੀ ਹੈ, ਸਾਨੂੰ ਉਸ ਤੋਂ ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਵੀ ਸ਼ੁੱਡ ਬੀ ਪ੍ਰੀਪੇਅਰਡ ਬਿਫੋਰ ਗਵਰਨਮੈਂਟ ਸਟਾਰਟ ਪਲੇਇੰਗ ਵਿਦ ਅਸ। ਆਪਾਂ ਕਹਿਣਾ ਚਾਹੁੰਦੇ ਕਿ ਦੇਖੋ ਗਵਰਨਮੈਂਟ ਨੇ ਆਪਣੇ ਹਿਸਾਬ ਨਾਲ ਚੱਲਣਾ। ਉਹਨਾਂ ਨੇ ਜਦੋਂ ਇੰਟਰਸਟ ਰੇਟ ਥੱਲੇ ਕੀਤੇ ਸੀ, ਉਹਨਾਂ ਨੇ ਇਸ ਲਈ ਨਹੀਂ ਕੀਤੇ ਸੀ ਕਿ ਲੋਕ ਘਰ ਜ਼ਿਆਦਾ ਲੈਣ, ਉਹਦਾ ਇੱਕ ਇਕਨੋਮੀ ਨੂੰ ਉਹਨਾਂ ਨੇ ਇੱਕ ਬੈਲੈਂਸ ਕਰਨਾ ਸੀ। ਅਸੀਂ ਉਸ ਚੀਜ਼ ਨੂੰ ਗਲਤ ਲੈ ਗਏ। ਪਰ ਅਸਲ 'ਚ ਮੈਨੂੰ ਲੱਗਦਾ ਪਵਨ ਇਹ ਨਾ ਆਪਾਂ ਚੀਜ਼ ਕਈ ਲੋਕ ਹੁਣ ਰਿਐਲਟਰਸ ਨੂੰ ਕਹਿ ਦਿੰਦੇ ਆ ਜਾਂ ਕਹਿ ਦਿੰਦੇ ਆ ਕਿ ਭਾਈ ਤੁਸੀਂ ਘਰ, ਕਈ ਵਾਰ ਆਪਾਂ ਰਿਐਲਟਰ 'ਤੇ ਬਹੁਤ ਫੋਕਸ ਕਰਦੇ ਕਿ ਮਾਰਕੀਟ ਨੂੰ ਕੰਟਰੋਲ ਕਰ ਦਿੰਦੇ, ਪਰ ਆਪਾਂ ਕਈ ਵਾਰ ਨਾ ਜਿਹੜੀ ਚੀਜ਼ ਅਸਲ 'ਚ ਹੋ ਰਹੀ ਹੁੰਦੀ, ਤੁਹਾਨੂੰ ਦਿਖਾਈ ਜਾ ਰਹੀ ਹੁੰਦੀ ਆ, ਉਹੀ ਆਪਾਂ ਦੇਖਦੇ ਹਾਂ, ਪਰ ਜੋ ਪਰਦੇ ਪਿੱਛੇ ਹੋ ਰਿਹਾ ਹੁੰਦਾ ਆਪਾਂ ਉਹ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਸੋ ਸੇਮ ਚੀਜ਼ ਹੈਗੀ ਕਿ ਜਦੋਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਲੋਅਰ ਇੰਟਰਸਟ ਰੇਟ ਲੋ ਕਿਉਂ ਕੀਤੇ ਗਏ ਹੈ ਨਾ, ਇਹ ਵੀ ਚੀਜ਼ ਜੇ ਹੁਣ ਤੁਸੀਂ ਕੁਐਸਚਨ ਕਰਦੇ ਆ ਕਿਸੇ ਵੀ ਚੀਜ਼ ਨੂੰ, ਫਿਰ ਤੁਸੀਂ ਉਹਦਾ ਆਨਸਰ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹੈ ਨਾ। ਜੇ ਹੁਣ ਆਪਾਂ ਕਹਿ ਦਈਏ ਕਿ ਪਵਨ ਨੇ ਮੈਨੂੰ ਐਂ ਕਹਿਤਾ ਜਾਂ ਮੈਨੂੰ ਕਿਸੇ ਬੰਦੇ ਹੋਰ ਨੇ ਐਂ ਕਹਿਤਾ, ਅਤੇ ਆਪਾਂ ਕਈ ਵਾਰ ਸੁਣੀ ਸੁਣਾਈਆਂ ਗੱਲਾਂ ਦੇ ਵਿੱਚ ਬਿਲੀਵ ਕਰ ਲੈਂਦੇ, ਪਰ ਜੇ ਤੁਸੀਂ ਕੁਐਸਚਨ ਲਾ ਦਿਓ ਕਿ ਯਾਰ ਅਸਲ 'ਚ ਵਰਕ ਕਿੱਦਾਂ ਕਰਦਾ ਹੈ, ਇੰਟਰਸਟ ਰੇਟ ਉਹਨਾਂ ਥੱਲੇ ਕੀਤੇ ਕੌਣ ਕਰਦਾ ਹੈ, ਕਿਹੜੀ ਇਹੋ ਜਿਹੀ ਜਿਹੜੀ ਗਵਰਨਮੈਂਟ ਪਾਵਰ ਹੈਗੀ ਹੈ ਜਿਹੜੀ ਉਹਨਾਂ ਨੂੰ ਅਲਾਓ ਕਰਦੀ ਹੈ ਇੰਟਰਸਟ ਰੇਟ ਥੱਲੇ ਕਰਨ ਦੇ ਵਿੱਚ, ਕੁਝ ਉਹ ਆਪਣੀ ਜਿਹੜੀਆਂ ਡੇ ਟੂ ਡੇ ਲਾਈਫ ਆ ਬਹੁਤ ਕੰਟਰੋਲ ਕਰਦੀਆਂ ਹੁੰਦੀਆਂ, ਕਿਉਂਕਿ ਤੁਹਾਡੀ ਕਿਸ਼ਤ ਕਦੇ ਥੱਲੇ ਚਲੇਗੀ, ਕਦੇ ਤੁਹਾਡੀ ਉੱਪਰ ਚਲੇਗੀ, ਰਾਈਟ। ਹੁਣ ਸੇਮ ਚੀਜ਼ ਹੈਪਨ। ਸੋ ਜਦੋਂ ਕੋਵਿਡ ਹੋਇਆ ਅਸਲ 'ਚ ਮਾਰਕੀਟ ਥੱਲੇ ਜਾਣੀ ਚਾਹੀਦੀ ਸੀ, ਟੂ ਬੀ ਓਨੈਸਟ, ਹੈ ਨਾ। ਕੁਝ ਸਾਰੀਆਂ ਚੀਜ਼ਾਂ ਹੁਣ ਮੰਨ ਲਓ ਕਿ ਤੁਹਾਡੀ ਇਕੋਨਮੀ ਪੌਜ਼ 'ਤੇ ਪੈ ਜਾਂਦੀ ਹੈ, ਸ਼ਟ ਡਾਊਨ ਕੀਤੀ ਜਾਂਦੀ ਹੈ ਤੁਹਾਡੀ ਇਕੋਨਮੀ ਫੋਰਸਫੁਲੀ, ਹੈ ਨਾ। ਪਹਿਲਾਂ ਤਾਂ ਇੱਕ ਪੈਨਿਕ ਕ੍ਰੀਏਟ ਕੀਤਾ ਗਿਆ, ਹੈ ਨਾ, ਕਿ ਹਾਂ ਜੀ ਕੋਵਿਡ ਆ ਪਤਾ ਨਹੀਂ ਕੀ ਕੁਛ ਹੋ ਜਾਣਾ। ਹੁਣ ਆਪਾਂ 2 ਸਾਲਾਂ ਬਾਅਦ ਕੋਵਿਡ ਕਿੱਥੇ ਗਿਆ, ਹੁਣ ਕੋਵਿਡ 2 ਸਾਲਾਂ ਦੇ ਵਿੱਚ ਕੀ ਚੱਲ ਗਿਆ ਸੀ, ਉਹਨਾਂ ਨੇ ਕਿਹੜੀ ਸਪਰੇਅ ਕਰਦੀ, ਥੋੜਾ ਕੋਵਿਡ ਪਤਾ ਹੀ ਨਹੀਂ ਹੈਗਾ ਅੱਜ ਕਿਸੇ ਨੂੰ, ਕੋਈ ਰਿਸਟ੍ਰਿਕਸ਼ਨਸ ਨਹੀਂ, ਸਾਰੇ ਭੁੱਲ ਗਏ ਕੋਵਿਡ ਨੂੰ, ਰਾਈਟ। ਪਰ 2 ਸਾਲ ਪਹਿਲਾਂ ਕੁਛ ਇੱਦਾਂ ਦਾ ਬਣਾਤਾ ਸੀ ਕਿ ਪਤਾ ਨਹੀਂ ਦੁਨੀਆ ਇੱਥੇ ਰਹਿਣੀ ਨਹੀਂ ਇਸ ਤੋਂ ਬਾਅਦ, ਰਾਈਟ। ਤੁਸੀਂ ਪੈਨਿਕ ਕ੍ਰੀਏਟ ਕੀਤਾ ਗਿਆ, ਪੈਨਿਕ ਕ੍ਰੀਏਟ ਕਰਨ ਤੋਂ ਬਾਅਦ ਕੀ ਹੁੰਦਾ ਕਿ ਤੁਸੀਂ ਉਹਨੂੰ ਫੋਰਸਫੁਲੀ ਸ਼ਟ ਡਾਊਨ ਕਰ ਦਿੰਦੇ ਇਕੋਨਮੀ ਨੂੰ, ਰਾਈਟ। ਜਿੱਦਾਂ ਹੁਣ ਇਨਫਲੇਸ਼ਨ ਦਾ ਪੈਨਿਕ ਕ੍ਰੀਏਟ ਕਰ ਰਹੇ ਆ, ਹਾਂਜੀ। ਸੋ ਮੰਨ ਲਓ ਕਿ ਹੁਣ ਉਹਨਾਂ ਨੇ ਲੋਕਡਾਊਨ ਲਗਾਤਾ, ਹੈ ਨਾ, ਕਿ ਪੈਨਿਕ ਹੋ ਗਿਆ ਹੁਣ ਜਦੋਂ ਕੋਈ ਗਵਰਨਮੈਂਟ ਫੋਰਸਫੁਲੀ ਕਰਦੀ ਹੈ ਨਾ ਤਾਂ ਲੋਕ ਜੋਬ 'ਤੇ ਨਹੀਂ ਜਾ ਸਕਦੇ, ਕੀ ਨਹੀਂ ਕਰ ਸਕਦੇ। ਅਗਰ ਜੇ ਉਹ ਉਹਨਾਂ ਨੇ ਫਿਰ ਕੀ ਕੀਤਾ, ਮਨੀ ਪ੍ਰਿੰਟਿੰਗ ਸ਼ੁਰੂ ਕਰਤੀ, ਰਾਈਟ। ਦੇ ਸਟਾਰਟ ਲਾਈਕ ਗਿਵਿੰਗ ਸਟਿਮੂਲਸ। ਲੋਕਾਂ ਨੇ ਮੰਗਿਆ ਨਹੀਂ ਸੀ, ਆਪਣੇ ਆਪ ਦੇਣਾ ਸ਼ੁਰੂ ਕਰ ਦਿੱਤਾ ਕਿ ਹਾਂ ਅਸੀਂ ਤੁਹਾਨੂੰ ਸਟਿਮੂਲਸ, ਤੁਸੀਂ ਘਰੇ ਬੈਠੋ ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਹੈ ਨਾ। ਨਾਓ ਪੀਪਲ ਬਿਕਮ ਲੇਜ਼ੀ, ਹੈ ਨਾ। ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਤੁਸੀਂ ਗਵਰਨਮੈਂਟ ਨੇ ਪੈਸੇ ਦੇਣੇ ਸ਼ੁਰੂ ਕਰਤੇ, ਉਹੀ ਚੀਜ਼ਾਂ ਨੇ ਇਨਫਲੇਸ਼ਨ ਕਾਜ਼ ਕਰਨੀ ਸ਼ੁਰੂ ਕਰਤੀ। ਜਿਹੜਾ ਪੈਸਾ ਜਿਹੜੀਆਂ ਕਾਰਪੋਰੇਸ਼ਨਸ ਨੂੰ ਮਿਲਿਆ ਵਾ, ਕਈਆਂ ਲੋਕਾਂ ਨੂੰ ਪਤਾ 60,000 ਤੋਂ ਲੈ ਕੇ ਲੱਖ 1.5 ਲੱਖ ਲੋਕਾਂ ਨੇ ਈਜ਼ੀ ਲਿਆ, ਹੈ ਨਾ। ਉਹ ਕਿੱਥੇ ਜਾਣਾ ਹੈ, ਉਹ ਜਿਹੜੀਆਂ ਮਾਰਕੀਟ ਹੁੰਦੀਆਂ ਨੇ, ਕ੍ਰਿਪਟੋ ਹੋ ਗਈ, ਸਟਾਕ ਹੋ ਗਈ ਜਾਂ ਰੀਅਲ ਸਟੇਟ ਮਾਰਕੀਟ ਹੋ ਗਈ, ਉੱਧਰ ਨੂੰ ਪੈਸਾ ਮੂਵ ਹੋ ਜਾਣਾ ਸ਼ੁਰੂ ਹੋ ਜਾਂਦਾ, ਰਾਈਟ। ਪਰ ਗੱਲ ਇਹ ਹੈਗੀ ਹੈ ਕਿ ਲੋਕਾਂ ਨੇ ਪੈਸਾ ਮੰਗਿਆ ਨਹੀਂ ਸੀ, ਗਵਰਨਮੈਂਟ ਨੇ ਦਿੱਤਾ ਆ। ਆਪਾਂ ਨੂੰ ਲੱਗਿਆ ਕਿ ਇਹ ਤਾਂ ਪੈਸਾ ਬੜਾ ਫਰੀ 'ਚ ਦੇਈ ਜਾਂਦੇ ਆ, ਹੈ ਨਾ। ਆਪਾਂ ਉਹਨੂੰ ਉਦੋਂ ਸੋਚਿਆ ਨਹੀਂ, ਪਰ ਹੁਣ ਆਪਾਂ ਨੂੰ ਪਤਾ, ਹੁਣ ਜੇ ਤੁਸੀਂ ਸੋਚੋ ਹਜੇ ਉਹਦਾ ਬਿੱਲ ਆਪਾਂ ਪੇ ਕਰਨਾ ਵਾ, it wasn't not free, ਮੈਨੂੰ ਲੱਗਦਾ ਵੀ ਅਸੀਂ ਆਲਰੇਡੀ ਪੇ ਕਰ ਰਹੇ ਜਦੋਂ ਇਨਫਲੇਸ਼ਨ ਉੱਪਰ ਚਲੀ ਗਈ। ਹਾਂ, ਸੋ ਜਦੋਂ ਉਹੀ ਜਿਹੜਾ ਪੈਸਾ ਇਹਨਾਂ ਨੇ ਪ੍ਰਿੰਟ ਕੀਤਾ ਸੀ, ਉਹਦੇ ਕਰਕੇ ਹੁਣ ਜਿਹੜਾ ਪੈਸਾ ਮਾਰਕੀਟ ਦੇ ਵਿੱਚ ਗਿਆ, ਉਹਨੇ ਸਾਰੀਆਂ ਚੀਜ਼ਾਂ ਦੇ ਦਾਮ ਵਧਾਉਣੇ ਸ਼ੁਰੂ ਕਰਤੇ, ਘਰ ਉੱਪਰ ਚਲੇ ਗਏ, ਸਟਾਕ ਮਾਰਕੀਟ ਉੱਪਰ ਚਲੀ ਗਈ, ਬਿਟਕੋਇਨ ਤੁਸੀਂ ਸੁਣਿਆ ਹੋਣਾ $85,000 ਦਾ ਇੱਕ ਚਲਾ ਗਿਆ ਸੀ, ਰਾਈਟ। 16,000 ਦਾ, ਰਾਈਟ, 16-20,000 ਦਾ ਰਹਿ ਗਿਆ, ਰਾਈਟ। ਪਰ ਗੱਲ ਹੈਗੀ ਕਿ ਜਦੋਂ ਹੁਣ ਉਹ ਇਨਫਲੇਸ਼ਨ ਲੱਗੀ, ਹੁਣ ਇਹ ਇਨਫਲੇਸ਼ਨ ਕੰਟਰੋਲ ਕਰਨ ਦੇ ਹੋ ਗਏ, ਰਾਈਟ। ਕਿ ਇਨਫਲੇਸ਼ਨ ਕੰਟਰੋਲ ਕਰੋ ਤੁਸੀਂ, ਜਿਹੜੀ ਤੁਹਾਡੀ ਮੋਨੀਟਰੀ ਟਾਈਟਨਿੰਗ ਹੈਗੀ ਆ, ਤੁਸੀਂ ਪੈਸਾ ਮਾਰਕੀਟ 'ਚੋਂ ਕੱਢਣਾ ਸ਼ੁਰੂ ਕਰ ਦਿੰਦੇ ਹੈ ਨਾ। ਮੀਨਸ ਤੁਸੀਂ ਇੰਟਰਸਟ ਰੇਟ ਵਧਾਉਣੇ ਸ਼ੁਰੂ ਕਰਤੇ ਕਿ ਨਹੀਂ ਹੁਣ ਤਾਂ ਪ੍ਰਾਈਸ ਬੜੇ ਵੱਧ ਗਏ ਆ ਚੀਜ਼ਾਂ ਦੇ, ਇਨਫਲੇਸ਼ਨ ਕੰਟਰੋਲ 'ਚ ਨਹੀਂ ਹੈਗੀ, ਤਾਂ ਹੁਣ ਆਪਾਂ ਮਨੀ ਟਾਈਟਨਿੰਗ ਸ਼ੁਰੂ ਕਰ ਦਿੰਦੇ ਹਾਂ ਕਿ ਹੁਣ ਪੈਸਾ ਇੰਟਰਸਟ ਰੇਟ ਵਧਾਉਣੇ ਸ਼ੁਰੂ ਕਰਦੀ, ਹੈ ਨਾ। ਚੀਜ਼ਾਂ ਇਹ ਤੁਹਾਨੂੰ ਸਮਝਣੀ ਚਾਹੀਦੀ ਹੈ ਕਿ ਲਾਈਕ ਯੂ ਆਰ ਬੀਇੰਗ ਪਲੇਡ, ਰਾਈਟ। ਤੁਹਾਡੇ ਲਈ ਕੋਈ ਸੋਚ ਨਹੀਂ ਰਿਹਾ ਕਿ ਤੁਸੀਂ ਘਰ ਵੱਡਾ ਲੈ ਲਓ। ਹੁਣ ਕਈ ਵਾਰ ਆਪਾਂ ਗੱਲ ਹੁਣ ਕਰਦੇ ਹਾਂ, ਤੁਸੀਂ ਫਰੈਂਡ ਸਰਕਲ ਦੇ ਵਿੱਚ ਬੈਠੇ ਹੁੰਦੇ ਆ, ਇਹ ਚੀਜ਼ਾਂ ਮੈਂ ਉਦੋਂ ਵੀ ਕਈ ਵਾਰ ਗੱਲਾਂ ਕਰਦਾ, ਪਰ ਕਈ ਵਾਰ ਤੁਸੀਂ ਉਹ ਚੀਜ਼, ਉਹ ਪੀਪਲ ਨੋਟ ਰੈਡੀ ਟੂ ਹੇਅਰ ਯੂ ਆਊਟ, ਰਾਈਟ। ਮੈਂ ਉਹਦੇ ਵੀ ਇਹੀ ਗੱਲਾਂ ਕਰ ਰਿਹਾ ਸੀ ਕਿ ਇਸ ਕੋ ਨਾ ਹੈਪਨ ਡਾਊਨ ਦ ਰੋਡ, 1 ਸਾਲ ਲੱਗ ਜੇ, 2 ਸਾਲ ਲੱਗ ਜੇ। ਹੁਣ ਜਿਹੜੀ ਗਵਰਨਮੈਂਟ ਕਹਿ ਰਹੀ ਸੀ ਕਿ ਹਾਂ ਆਪਾਂ ਇੰਟਰਸਟ ਰੇਟ ਨਹੀਂ ਵਧਾਵਾਂਗੇ, ਕੁਛ ਨਹੀਂ ਕਰਾਂਗੇ ਇੱਦਾਂ ਦਾ, ਹੁਣ ਉਹੀ ਦੂਜੇ ਪਾਸੇ ਹੋਏ ਬੈਠੇ ਆ। ਗਵਰਨਮੈਂਟ ਨੇ ਬੈਂਕ ਆਫ ਕੈਨੇਡਾ ਨੇ ਇਹ ਪ੍ਰੈਸ ਵਿੱਚ ਕਿਹਾ ਸੀ ਕਿ ਬਾਈ ਐਂਡ ਆਫ 2023 ਵੀ ਗੋਣਾ ਕੀਪ ਦ ਸੇਮ ਇੰਟਰਸਟ ਰੇਟ। ਤੇ ਹੁਣ ਇਹ ਜਿਹਾ ਕੀ ਹੋ ਗਿਆ ਕਿ ਤੁਸੀਂ ਦੋਨੇ ਹੁਣ ਉਹ ਦੂਜੇ ਪਾਸੇ ਸੱਚੇ ਹੋਣੇ ਸ਼ੁਰੂ ਹੋ ਗਏ। ਹੁਣ ਜਦੋਂ ਪੈਸਾ ਉਹ ਕੰਟਰੋਲ ਕਰ ਰਹੇ, ਕੱਢ ਰਿਹਾ, ਹੁਣ ਤੁਸੀਂ ਸੈਸ਼ਨ ਦੀ ਤਾਦਾਦ ਤੇ ਆ ਚੁੱਕੇ ਹਨ, ਬਿਕੋਜ਼ ਜੇ ਉਹ ਪੈਸਾ ਨਹੀਂ ਕੱਢਦੇ ਨਾ ਬਾਬਨ, ਫਿਰ ਕੀ ਹੁੰਦਾ ਕਿ ਤੁਹਾਡੀ ਜਿਹੜੀ ਕਰੰਸੀ ਹੈ ਨਾ ਕਿਸੇ ਕੰਟਰੀ ਦੀ, ਉਹ ਡੀਵੈਲੂਏਸ਼ਨ ਸ਼ੁਰੂ ਹੋ ਜਾਂਦੀ ਮੀਨਸ ਚੀਜ਼ਾਂ ਤਾਂ ਸੇਮ ਰਹਿੰਦੀਆਂ ਨੇ, ਪਰ ਤੁਹਾਡਾ ਜਿਹੜਾ ਪੈਸਾ ਵਾ ਉਹ ਬਹੁਤ ਵੱਧ ਜਾਂਦਾ ਮਾਰਕੀਟ ਦੇ ਵਿੱਚ। ਤੁਹਾਨੂੰ ਉਹੀ
ਚੀਜ਼ਾਂ ਬਾਏ ਕਰਨ ਲਈ ਜ਼ਿਆਦਾ ਪੈਸਾ ਚਾਹੀਦਾ ਹੁੰਦਾ ਰਾਈਟ ਨਾਓ ਤਾਂ ਬੈਂਕ ਆਫ ਕੈਨੇਡਾ ਇਹ ਵੀ ਕਹਿ ਰਿਹਾ ਕਿ ਸਾਨੂੰ ਰਿਸੈਸ਼ਨ ਫੋਰਸਫੁਲੀ ਲੈ ਕੇ ਆਉਣਾ ਪੈਣਾ, ਬਿਕੋਜ਼ ਦੈਟ ਇਜ਼ ਦਾ ਓਨਲੀ ਵੇ ਕਿ ਉਹ ਇਨਫਲੇਸ਼ਨ ਕੰਟਰੋਲ ਕਰ ਪਾਉਣਗੇ। ਕਿਉਂਕਿ ਦੇਖੋ ਇੰਟਰਸਟ ਰੇਟ ਕਿੰਨਾ ਟਾਈਮ ਤੇ ਵਧਾ ਰਹੇ ਆ, ਮਾਰਚ ਦੇ ਲੱਗੇ ਹੋਏ ਆ, ਪਰ ਹਜੇ ਤੱਕ ਇਨਫਲੇਸ਼ਨ ਕੰਟਰੋਲ 'ਚ ਨਹੀਂ ਆਈ, ਮੇਬੀ 1-2% ਥੱਲੇ ਆਈ ਹੋਊਗੀ। ਜੀ ਪਲੱਸ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਆਪਣੇ ਜਿੰਨੇ ਵੀ ਹੋਮ ਬਾਇਰ ਹੁੰਦੇ ਆ ਜਾਂ ਆਪਾਂ ਸੈਲ ਕਰਦੇ ਆ ਜਾਂ ਬਾਏ ਕਰਦੇ ਆ, ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਤੁਸੀਂ ਮੌਰਗੇਜ ਆਪਣਾ ਜਿਹੜਾ ਤੁਹਾਡਾ ਰੀਅਲ ਸਟੇਟ ਵਾਲਾ ਬੰਦਾ ਹੈਗਾ ਰਾਈਟ, ਉਹਦੇ ਨਾਲ ਜੋ ਤੁਹਾਡਾ ਰੀਅਲਟਰ ਹੈਗਾ ਜਿੰਨਾ ਤੁਹਾਡਾ ਗੁੱਡ ਲਿੰਕਅਪ ਹੈਗਾ, ਤੁਸੀਂ ਉਹਦੇ ਨਾਲ ਬੈਠੋ, ਉਹਦੇ ਨਾਲ ਗੱਲ ਕਰੋ, ਡਿਸਕਸ ਕਰੋ। ਮੈਂ ਛੋਟੀ ਐਗਜ਼ਾਮਪਲ ਦਿੰਦਾ, ਲਾਸਟ ਈਅਰ ਮੈਂ ਜਿੰਨੇ ਵੀ ਘਰ ਆਪਣੇ ਕਲਾਇੰਟਸ ਨੂੰ ਲੈ ਕੇ ਦਿੱਤੇ ਆ, ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ, ਫਸਟ ਮੈਂ ਜਦੋਂ ਉਹਨਾਂ ਦੀ ਮੀਟਿੰਗ ਕਰਦਾ ਸੀ, ਮੈਂ ਹਮੇਸ਼ਾ ਕਹਿੰਦਾ ਸੀ ਕਿ ਤੁਸੀਂ ਥੋੜ੍ਹਾ ਪੇਸ਼ੈਂਸ ਰੱਖਿਓ। ਉਹ ਹਮੇਸ਼ਾ ਕਹਿੰਦੇ ਸੀ ਕਿ ਜਿੱਦਾਂ ਦੀ ਅੱਜ ਦੀ ਮਾਰਕੀਟ ਆ, ਲੋਕੀ ਰੀਅਲਟਰ ਇੱਕ ਹਫ਼ਤੇ ਘਰ ਲੈ ਕੇ ਦੇ ਰਹੇ ਆ। ਮੈਂ ਉਹਨੂੰ ਕਹਿੰਦਾ ਹੁੰਦਾ ਸੀ ਓਕੇ, ਚੁਆਇਸ ਤੁਹਾਡੀ ਆ, ਤੁਸੀਂ ਜਿੱਦਾਂ ਦਾ ਘਰ ਜਾਂਦੇ ਆ ਉੱਦਾਂ ਦਾ ਘਰ ਲਓ, ਵੈਲ ਐਂਡ ਗੁੱਡ ਆ, ਪਰ ਥੋੜ੍ਹਾ ਪੇਸ਼ੈਂਸ ਨਾਲ ਆਪਾਂ ਚੱਲਦੇ ਹਾਂ, ਕਿਉਂਕਿ ਹਰ ਮਾਰਕੀਟ ਵਿੱਚ ਵਧੀਆ ਡੀਲ ਮਿਲ ਜਾਂਦੀ ਆ। ਮੈਂ ਮੋਸਟਲੀ ਜਿੰਨੀਆਂ ਵੀ ਡੀਲਾਂ ਕੀਤੀਆਂ ਸਾਰੀਆਂ ਐਂਡ ਆਫ ਡੇ ਡਿਸੀਜ਼ਨ ਬਾਇਰ ਦਾ ਹੀ ਹੁੰਦਾ ਆ, ਬਟ ਮੈਂ ਉਹਨੂੰ ਐਜੂਕੇਟ ਕਰਦਾ ਹੁੰਦਾ ਸੀ ਓਕੇ ਮਾਰਕੀਟ ਥੱਲੇ ਆਈ ਆ, ਹੁਣ ਜਿਹੜੇ 18 ਲੱਖ ਵਾਲੇ ਘਰ ਆ ਉਹ 14 ਲੱਖ ਦੇ ਆਪਾਂ ਲੈ ਕੇ ਦਿੱਤੇ, ਜਿਹੜੇ ਮਿਲੀਅਨ ਦੇ ਸੀ ਉਹ 750,000 ਦੇ ਲੈ ਕੇ ਦਿੱਤੇ, ਕਿਉਂਕਿ ਤੁਹਾਨੂੰ ਡੀਲ ਕੋਈ ਨਾ ਕੋਈ ਵਧੀਆ ਮਿਲ ਜਾਂਦੀ ਆ, ਵਿੱਚ ਕੁਛ ਨਾ ਕੁਛ ਹੁੰਦਾ। ਰੈਦਰ ਦੈਨ ਬੀਇੰਗ ਅਗਰੈਸਿਵ, ਬੀ ਐਜੂਕੇਟਡ, ਹੈ ਨਾ। ਲੋਕਾਂ ਨੂੰ ਇਹ ਚੀਜ਼, ਮੈਨੂੰ ਮੇਰੇ ਦੋਸਤ ਦਾ ਫੋਨ ਆਇਆ, ਕਹਿੰਦਾ ਨੂੰ ਅੱਜ ਆਫਰ ਹੈਗੀ ਆ, ਬੀ ਅਗਰੈਸਿਵ ਪਵਨ। ਮੈਂ ਕਿਹਾ ਓਕੇ ਆਈ ਵਿਲ ਬੀ ਅਗਰੈਸਿਵ, ਬਟ ਫਿਰ ਮੈਨੂੰ ਸਮਝ ਆਇਆ, ਮੈਂ ਫਿਰ ਉਹਨਾਂ ਨਾਲ ਗੱਲ ਹੋਈ, ਉਹ ਆਪਣੀ ਆਫਰ ਅਸੈਪਟ ਨਹੀਂ ਹੋਈ, ਮੈਂ ਉਹਨੂੰ ਕਿਹਾ ਕਿ ਅਸੀਂ ਬਹਿ ਕੇ ਗੱਲ ਕਰਦੇ ਹਾਂ। ਸੋ ਮੈਂ ਹਮੇਸ਼ਾ ਬਾਇਰਸ ਨੂੰ ਕਹਿੰਦਾ ਹਾਂ ਬੀ ਐਜੂਕੇਟਡ ਦੈਨ ਅਗਰੈਸਿਵ। ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿੱਥੇ ਸਟੈਂਡ ਕਰਦੇ ਆ, ਤੁਸੀਂ ਆਪਣੇ ਰੀਅਲਟਰ ਨਾਲ ਮਿਲੋ, ਤੁਸੀਂ ਆਪਣੇ ਮੌਰਗੇਜ ਬ੍ਰੋਕਰ ਨਾਲ ਮਿਲੋ, ਤੁਸੀਂ ਆਪਣੀ ਫੈਮਿਲੀ ਨਾਲ ਬੈਠੋ, ਤੁਸੀਂ ਆਪਣਾ ਬਜਟ ਦੇਖੋ ਕੀ ਸਿਸਟਮ ਹੈਗਾ, ਉਹਦੇ ਹਿਸਾਬ ਨਾਲ ਚੱਲੋ ਰਾਈਟ। ਇਹਦੇ ਵਿੱਚ ਨੈਰੇਟਿਵ ਆ, ਤੁਸੀਂ ਅਗਰੈਸਿਵ ਵਾਲੀ ਗੱਲ ਕਰਦੇ ਆ, ਮਤਲਬ ਕਿ ਇੱਕ ਐਨਾਲੋਜੀ ਤੁਸੀਂ ਯੂਜ਼ ਕਰਦੇ ਆ ਕਿ ਤੁਸੀਂ ਆਪਣਾ ਇੱਕ ਕਲਿਫ ਦੇ ਉੱਤੇ ਖੜੇ ਆ, ਪਹਾੜੀ ਆ, ਹੈ ਨਾ, ਤੁਸੀਂ ਮੈਂ ਤੁਹਾਨੂੰ ਕਹੀ ਜਾਵਾਂ ਕਿ ਪਵਨ ਛਾਲ ਮਾਰ ਦੇ ਤੇ ਤੂੰ ਉੱਡ ਜਾਏਗਾ, ਰਾਈਟ, ਤੂੰ ਛਾਲ ਮਾਰ ਤੂੰ ਉੱਡ ਜਾਏਗਾ, ਤੂੰ ਬਿਲੀਵ ਕਰ ਮੇਰੇ ਤੇ, ਹੈ ਨਾ, ਇਟਸ ਗੋਨਾ ਹੈਪਨ। if you listen to me and you jump, what is gonna happen? Like you're gonna die, yeah. Right? ਹੁਣ ਮੈਂ ਉਹਨੂੰ ਐਵੇਂ ਨਹੀਂ ਕਹਿ ਸਕਦਾ ਕਿ ਤੂੰ ਮੇਰੇ ਤੇ ਬਲੀਵ ਕੀਤਾ, ਬਟ you just being stupid, being listening to me at that time, right? ਪਰ ਉਹਦੇ ਵਿੱਚ ਸੇਮ ਚੀਜ਼ ਹੁੰਦਾ, ਜੇ ਤੂੰ ਛਾਲ ਮਾਰਨਾ ਵਾ ਤਾਂ ਮੈਂ ਤੁਹਾਨੂੰ ਕਹਾਂ ਕਿ ਨਹੀਂ ਪਵਨ, ਆਪਾਂ ਇੱਥੇ ਪਹਿਲਾਂ ਕਲਿਫ ਤੇ ਨਹੀਂ, ਆਪਾਂ ਥੋੜ੍ਹਾ ਥੱਲੇ ਕਰਦੇ ਹਾਂ, ਇੱਕ ਪੈਰਾਸ਼ੂਟ ਹੁੰਦਾ ਵਾ, ਇਹ ਚੀਜ਼ ਇੱਦਾਂ ਵਰਕ ਕਰਦੀ, ਪਹਿਲਾਂ ਆਪਾਂ ਪੈਰਾਸ਼ੂਟ ਬਾਰੇ ਸਿੱਖੀਏ, ਫਿਰ ਉਹ ਦੇਖੋ ਕਿ ਹਾਂ ਤੁਸੀਂ ਕੁਝ ਛੋਟਾ ਜੰਪ ਮਾਰੋ ਕਿ ਹਾਂ ਤੁਸੀਂ ਉਹਨੂੰ ਕਿੱਦਾਂ ਯੂਜ਼ ਕਰਨਾ ਹੈ। ਸੋ ਯੂ ਗੈਟ ਫੈਮਿਲੀ ਵਿਦ ਇਨ ਦੈਟ ਟਾਈਮ, ਜਦੋਂ ਤੁਹਾਨੂੰ ਚੀਜ਼ਾਂ ਦਾ ਪਤਾ ਲੱਗ ਜੂਗਾ, ਯੂ ਵਿਲ ਗੈਟ ਐਟ ਦਾ ਲੈਵਲ ਕਿ ਜਿੱਥੋਂ ਹਾਂ ਤੁਸੀਂ ਛਾਲ ਮਾਰੋਗੇ ਤੁਹਾਨੂੰ ਪਤਾ ਕਿ ਤੁਹਾਡੇ ਕੋਲ ਪੈਰਾਸ਼ੂਟ ਹੈਗਾ, ਰਾਈਟ। ਉਹ ਬੀਇੰਗ ਐਜੂਕੇਟਡ, ਕਿ ਤੁਸੀਂ ਜਿਹੜਾ ਡਿਸੀਜਨ ਲੈ ਰਿਹਾ ਤੁਸੀਂ ਸਾਰੇ ਫੈਕਟਰ ਚੈੱਕ ਕਰਦੇ ਆ, ਕਿ ਨਾ ਕਿ ਹਾਂ ਕਿ ਬੜਾ ਹਾਈਪ ਅਪ ਹੋ ਜਾਣਾ ਚੀਜ਼ਾਂ ਹੁੰਦੇ ਕਿ ਹਾਂ ਇਸ ਤੋਂ ਬਾਅਦ ਤਾਂ ਕੁਛ ਹੋਣਾ ਨਹੀਂ, ਕਿ ਅੱਜ ਜੀ ਮੈਂ ਜੰਪ ਮਾਰਾਂਗਾ ਤਾਂ ਅੱਜ ਹੀ ਉੱਡਾਂਗਾ, ਕੱਲ੍ਹ ਤੋਂ ਮੈਨੂੰ ਉੱਡਿਆ ਨਹੀਂ ਜਾਣਾ, ਹੈ ਨਾ। ਸੋ ਪਰ ਉਹੀ ਗੱਲ ਸੇਮ ਆ ਜਾਂਦੀ ਹੈ ਕਿ ਜੇ ਤੁਸੀਂ ਉਹੀ ਚੀਜ਼ ਨੂੰ ਸਮਝ ਕੇ ਸਾਰੀਆਂ ਚੀਜ਼ਾਂ ਨੂੰ, ਸਾਰੇ ਫੈਕਟਰ ਦੇਖ ਕੇ ਆਪਦੀ, ਹੈ ਨਾ, ਕਿ ਸਲਾਹ ਮਸ਼ਵਰਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਕੁਛ ਤੁਸੀਂ ਇੱਕ ਹੀ ਜਦੋਂ ਨੈਰੇਟਿਵ ਨੂੰ ਬਾਏ ਆਊਟ ਕਰਨਾ ਸ਼ੁਰੂ ਹੋ ਜਾਂਦੇ ਕਿ ਅੱਜ ਤੋਂ ਬਾਅਦ ਪਤਾ ਨਹੀਂ ਕੀ ਹੋ ਜਾਣਾ ਵਾ, ਕਿ ਅੱਜ ਦਾ ਹੁਣ ਦਾ ਟਾਈਮ ਹੀ ਹੈ, ਹੈ ਨਾ, ਅਤੇ ਤੁਸੀਂ ਉਦੋਂ ਕੁਛ ਰੈਸ਼ਨਲ ਡਿਸੀਜਨ ਲੈ ਲੈਂਦੇ ਹੋ, ਰਾਈਟ, ਉਸ ਚੀਜ਼ਾਂ ਦੇ ਬੇਸ ਦੇ ਉੱਤੇ, ਤਾਂ ਕਈ ਵਾਰ ਉਹ ਚੀਜ਼ਾਂ ਤੁਹਾਨੂੰ ਹਰਟ ਕਰਦੀਆਂ ਨੇ। ਕੁਛ ਤੁਸੀਂ ਦੂਜੀ ਸਾਈਡ ਦਾ ਸੋਚ ਹੀ ਨਹੀਂ ਰਹੇ ਹੁੰਦੇ, ਤੁਸੀਂ ਦੂਜੀ ਸਾਈਡ ਦਾ ਦੇਖ ਹੀ ਨਹੀਂ ਰਹੇ ਹੁੰਦੇ ਕਿ ਯਾਰ ਅੱਜ ਇਹ ਆ ਤਾਂ ਕੱਲ੍ਹ ਨੂੰ ਇਹ ਵੀ ਹੋ ਸਕਦਾ। ਕੁਛ ਆਏ ਨਹੀਂ ਹੈ ਕਿ ਤੁਸੀਂ ਕੁਛ ਡਿਸੀਜਨ ਗਲਤ ਲਓਗੇ ਕਿ ਤੁਹਾਨੂੰ ਛੇਤੀ ਲੈਣਾ ਪੈਣਾ, ਪਰ ਜੇ ਤੁਸੀਂ ਸਾਰਾ ਉਹਦਾ ਕੈਲਕੂਲੇਸ਼ਨ ਕੀਤੀ ਹੋਈ ਤਾਂ ਤੁਸੀਂ ਬੈਟਰ ਡਿਸੀਜਨ ਬਣਾ ਲਓਗੇ, ਰਾਈਟ। ਈਵਨ ਦੋ ਹੁਣ ਅੱਜ ਇੰਟਰਸਟਡ ਉੱਪਰ ਚਲੇ ਗਏ ਆ, ਪਰ ਜੇ ਵੈਸੇ ਮੈਂ ਤਾਂ ਇੱਕ ਚੀਜ਼ ਕਹਿੰਦਾ, ਮੈਂ ਵੀ ਜਿਨ੍ਹਾਂ ਨੇ ਹੁਣ ਘਰ ਲੈ ਲਿਆ, ਅਸੀਂ ਮਹਿੰਗੇ ਲੈ ਲਏ ਜਾਂ ਸਸਤੇ ਲੈ ਲਏ, ਬਟ ਆਪਾਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਲਾਈਕ ਓਨਰਸ਼ਿਪ ਰਾਈਟ ਦੀ, ਰਾਈਟ। ਸੋ ਆਪਾਂ ਹੁਣ ਜਿਨ੍ਹਾਂ ਨੇ ਘਰ ਲੈ ਲਿਆ ਲਾਸਟ 2-3 ਸਾਲ ਦੇ ਵਿੱਚ, ਇਟ ਇਜ਼ ਓਕੇ। ਜੇ ਤੁਸੀਂ ਉਹ ਐਸੇ ਰਹਿਣ ਲਈ ਲੈ ਆ, ਜੋ ਰੈਸੀਡੈਂਸ਼ੀਅਲ ਪ੍ਰਾਪਰਟੀ ਹੈਗੀ ਆ, ਤੁਸੀਂ ਉਹਦੇ ਵਿੱਚ ਰਹੋ, ਇੰਟਰਸਟਡ ਉੱਪਰ ਜ਼ਰੂਰ ਗਏ ਆ, ਪਰ ਜਿੱਦਾਂ ਥੱਲੇ ਗਏ ਸੀ ਉਹ ਉੱਥੇ ਨਹੀਂ ਰਹੇ, ਉੱਪਰ ਚਲੇ ਗਏ, ਇਹਦਾ ਉੱਪਰ ਗਏ ਆ, ਇੰਨਾ ਟਾਈਮ ਉੱਪਰ ਵੀ ਨਹੀਂ, ਇੱਕ ਮੇਬੀ ਈਅਰ ਔਰ ਸੋ ਸਮਥਿੰਗ। ਪਰ ਜੇ ਤੁਸੀਂ ਕੈਲਕੂਲੇਸ਼ਨ ਲਾ ਕੇ ਦੇਖੋ, ਆਈ ਗੈਸ 10 ਤੋਂ 15,000 ਡਾਲਰ ਤੁਹਾਨੂੰ ਐਕਸਟਰਾ ਪਾਉਣਾ ਪੈ ਸਕਦਾ ਮੇਬੀ, ਰਾਈਟ। ਸੋ ਤੁਸੀਂ ਉਹਨੂੰ ਹੋਲਡ ਕਰੋ ਪ੍ਰਾਪਰਟੀ ਨੂੰ। ਜਿਹੜਾ ਆਪਾਂ ਗੱਲ ਕਰ ਰਹੇ ਕਿ ਮਨੀ ਵਾਈਜ਼, ਕਿਉਂਕਿ ਆਪਣਾ ਦੇਖੋ ਪ੍ਰੋਬਲਮ ਇਹ ਆਈ ਹੈ, ਸਾਰੇ ਆਪਾਂ ਜਿਹਦੇ ਨਾਲ ਵੀ ਗੱਲ ਕਰਦੇ ਹਾਂ, ਯੂ ਨੋ, ਸਾਰੇ ਕਹਿੰਦੇ ਆ ਵੀ ਆਰ ਇਨ ਸਟ੍ਰੈਸ, ਬੜੀ ਸਟ੍ਰੈਸ ਆ, ਇੰਟਰਸਟ ਰੇਟ, ਨੋ ਡਾਊਟ ਅਸੀਂ ਵੀ ਪੈਸੇ ਕਮਾਉਂਦੇ ਹਾਂ, ਤੁਸੀਂ ਵੀ ਕਮਾਉਂਦੇ ਆ, ਸਾਨੂੰ ਪਤਾ ਆ ਬਜਟ ਹਿੱਲ ਜਾਂਦਾ ਆ, ਪਰ ਜਿਹੜਾ ਤੁਸੀਂ ਘਰ 'ਚ ਰਹਿ ਰਹੇ ਆ, ਜੇ ਤੁਸੀਂ ਉਹਦੇ ਵਿੱਚ ਪੈਸੇ ਪਾ ਰਹੇ ਆ, ਐਂਡ ਆਫ ਡੇ ਤੁਹਾਡੇ ਘਰ 'ਚ ਹੀ ਪੈਸੇ ਜਾ ਰਹੇ ਆ, ਰਾਈਟ।
ਤੁਸੀਂ ਉਹਨੂੰ ਹੋਲਡ ਕਰੋ, ਓਨਰਸ਼ਿਪ ਤੁਹਾਡੀ ਹੈਗੀ ਹੈ ਇਸ ਟਾਈਮ, ਉਹਦਾ ਪ੍ਰਾਈਡ ਲਓ। ਜਦੋਂ ਤੁਹਾਨੂੰ ਲੱਗਿਆ ਮਾਰਕੀਟ ਥੱਲੇ ਲਾਈਕ ਇੰਟਰਸਟ ਰੇਟ ਨੀਚੇ ਚਲੇ ਗਏ, ਲੌਕ ਇਟ ਅਪ, ਉਹਨੂੰ ਫਿਕਸ ਕਰਾ ਲਓ। ਜਿਹੜਾ ਤੁਸੀਂ ਪੈਸੇ ਬਣਾਉਣੇ ਆ, ਥਿੰਕ ਅਬਾਊਟ, ਜਦੋਂ ਤੁਸੀਂ ਮੋਰੇ ਕੋਈ ਇਨਵੈਸਟਮੈਂਟ ਪ੍ਰਾਪਰਟੀ ਲੈਣੀ ਆ, ਤੁਸੀਂ 3-4 ਜਾਣੇ ਰਲ ਕੇ ਪ੍ਰਾਪਰਟੀ ਲਓ। ਆਪਾਂ ਇੱਕ ਵੀਡੀਓ ਵੀ ਬਣਾਈ ਹੋਈ, ਆਪਾਂ ਉਹਦੇ ਬਾਰੇ ਗੱਲ ਵੀ ਕੀਤੀ ਹੋਈ ਹੈ ਕਿ ਆਪਾਂ 3-4 ਜਾਣੇ ਰਲ ਕੇ ਆਪਾਂ ਗੱਲ ਉਹ ਹੈ ਨਾ ਪਪਨ, ਕਈ ਵਾਰ ਸੇਮ ਚੀਜ਼ ਮੈਂ ਕਹਿ ਰਿਹਾ ਸੀ, ਜਦੋਂ ਤੁਸੀਂ ਰੈਸ਼ਨਲ ਹੋ ਜਾਂਦੇ ਚੀਜ਼ਾਂ ਨੂੰ ਲੈ ਕੇ, ਹੈ ਨਾ। ਹੁਣ ਜਿਹੜੇ ਬੰਦੇ ਨੇ ਆਪਦਾ ਜਿਹੜਾ ਕੁਸ਼ਨ ਆ ਉਹ ਦੇਖਿਆ ਸੀਗਾ ਕਿ ਯਾਰ ਹਾਂ ਮੈਂ ਅੱਜ 5,000 ਜਾਂ 10,000 ਬਣਾ ਰਿਹਾ ਵਾਂ, ਮੇਰੀ ਕਿਸ਼ਤ ਅੱਜ ਇੰਨੀ ਆ, ਪਰ ਫਿਰ ਵੀ ਮੇਰੇ ਕੋਲ 3,000 ਸਾਈਡ 'ਤੇ ਬਚਦਾ ਆ। ਜੇ ਕੱਲ੍ਹ ਨੂੰ ਮੇਰੀ ਕਿਸ਼ਤ ਵੱਧ ਕੇ ਜਿਵੇਂ ਪਹਿਲਾਂ 3,000 ਸੀ, ਜੇ 4,500 ਹੋਊਗੀ ਆ, ਪਰ ਮੇਰੇ ਕੋਲ 3,000 ਦੀ ਸੇਵਿੰਗ ਆ, 1,500 ਵਧੀਆ, ਫਿਰ ਵੀ ਮੇਰੇ ਕੋਲ 1,500 ਮਹੀਨੇ 'ਚ ਪਾਉਣ ਨੂੰ ਐਕਸਟਰਾ ਹੈਗਾ ਵਾ, ਨੋ ਡਾਊਟ, ਬਿਕੋਜ਼ ਮੇਰੀ ਜੋਬ ਜਿਹੜੀ ਉਹ ਚੱਲ ਰਹੀ ਆ, ਹੈ ਨਾ। ਪਰ ਜੇ ਤੁਸੀਂ ਸੇਮ ਚੀਜ਼ ਦੇ ਵਿੱਚ ਆਪਣਾ ਦੂਜੀ ਸਾਈਡ ਨਹੀਂ ਸੀ ਦੇਖੀ ਉਦੋਂ, ਹੈ ਨਾ, ਮੰਨ ਲਓ ਕਿ ਤੁਸੀਂ ਕਮਾ ਤਾਂ ਤੁਸੀਂ 6,000 ਰਹੇ ਹੋ, ਉਹਦੇ ਤੁਹਾਡੇ ਪਿੱਛੇ ਜਿਹੜੀ ਸੇਵਿੰਗ ਹੁੰਦੀ ਹੈ ਖਰਚੇ ਕੱਢ ਕੇ, ਉਹ ਸਿਰਫ ਮਿਨੀਮਮ $500 ਦੀ ਆ। ਅਤੇ ਅੱਜ ਜੇ ਇੰਟਰਸਟ ਰੇਟ ਦੇ ਕਰਕੇ ਤੁਹਾਡੀ ਕਿਸ਼ਤ ਵੱਧ ਗਈ ਆ, $1,500 ਹੋ ਗਈ ਆ, ਮੀਨਸ ਯੂ ਆਰ ਇਨ ਟਰਬਲ। ਉਹਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ, ਕਿਉਂਕਿ ਉਹ 15 ਜਾਂ ਤਾਂ ਤੁਹਾਨੂੰ ਆਪਣੇ ਐਕਸਟਰਾ ਘੰਟੇ ਲਾਉਣੇ ਪੈਣੇ ਨੇ, ਜਾਂ ਤੁਹਾਨੂੰ ਕੁਛ ਇੱਦਾਂ ਦਾ ਚੀਜ਼ ਦੇਖਣੀ ਪੈਣੀ ਹੈ ਕਿ ਤੁਹਾਡੀ ਜਿਹੜੀ ਇਨਕਮ ਆ ਸੋਰਸ ਥੋੜ੍ਹਾ ਵਧਾਇਆ ਜਾ ਸਕੇ, ਤਾਂ ਕਿ ਜਿਹੜੀ ਤੁਸੀਂ ਜਿਹੜੇ ਘਰ ਲਿਆ ਜਾਂ ਤੁਸੀਂ ਕੁਛ ਵੀ ਬਾਏ ਕੀਤਾ, ਬਿਕੋਜ਼ ਉਹ ਫਿਰ ਤੁਸੀਂ ਅਫੋਰਡ ਕਰ ਸਕੋ। ਬਿਕੋਜ਼ ਜਿਵੇਂ ਆਪਾਂ ਜਦੋਂ ਤੁਸੀਂ ਇਨਵੈਸਟ ਕਰਦੇ ਨਾ ਸਟਾਕ ਦੇ ਵਿੱਚ ਜਾਂ ਕ੍ਰਿਪਟੋ ਦੇ ਵਿੱਚ, ਚਲੋ ਤੁਹਾਡਾ ਜਿਹੜਾ $10,000-15,000 ਪਾਇਆ ਹੋਇਆ, ਅੱਜ ਉਹ $3,000 ਵੀ ਹੋ ਗਿਆ, ਪਰ ਉਹਦਾ ਕੋਈ ਕੈਰਿੰਗ ਕੋਸਟ ਨਹੀਂ ਹੈਗਾ, ਰਾਈਟ। ਸੋ ਇਹ ਚੀਜ਼ਾਂ ਤੁਹਾਨੂੰ ਮੀਨਸ ਕਿ ਤੁਸੀਂ ਬਾਏ ਕਰੋ, ਜੀ ਸੱਦ ਕੇ ਕਰੋ, ਪਰ ਆਪਦਾ ਸੋਚ ਸਮਝ ਕੇ ਕਰੋ, ਹੈ ਨਾ, ਡਿਸਕਸ਼ਨ ਕਰਕੇ ਕਰੋ। ਆ ਥਾਵਾਂ ਤੋਂ ਹੋਰ ਵੀ ਸਲਾਹ ਲਵਾਂ, ਮੈਂ 2-3 ਬੰਦਿਆਂ ਨਾਲ ਹੋਰ ਵੀ ਗੱਲ ਕਰਾਂ ਕਿ ਯਾਰ ਕਿ ਮੈਂ ਕਿਤੇ ਇੱਕ ਚੀਜ਼ ਬਾਰੇ ਤਾਂ ਨਹੀਂ ਸੋਚ ਰਿਹਾ ਹੈਗਾ ਕਿ ਮੈਂ ਇਹਦੀ ਜਿਹੜੀ ਦੂਜੀ ਸਾਈਡ ਆ ਉਹਨੂੰ ਵੀ ਦੇਖ ਰਿਹਾ ਹੈਗਾ ਕਿ ਨਹੀਂ ਦੇਖ ਰਿਹਾ ਹੈਗਾ, ਰਾਈਟ। ਆਈ ਥਿੰਕ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਨਾ, ਕਦੇ ਵੀ ਜ਼ਿੰਦਗੀ ਵਿੱਚ ਤੁਹਾਨੂੰ ਇਹ ਗਲਤ ਰਾਹਵੇਂ ਤਾਂ ਨਹੀਂ ਲੈ ਕੇ ਆਉਣਗੀਆਂ, ਪਰ ਤੁਹਾਨੂੰ ਜਿਹੜੇ ਕਲੈਕਟਿਵ ਡਿਸੀਜਨ ਬਣਾਉਣ ਲਈ ਜ਼ਰੂਰ ਫੋਰਸ ਕਰ ਦੇਣੀ ਹੈ ਕਿ ਯਾਰ ਮੈਨੂੰ ਦੋਨੇ ਚੀਜ਼ਾਂ ਦਾ ਪਤਾ ਸੀ, ਫਿਰ ਮੈਂ ਆਪਦਾ ਡਿਸੀਜਨ ਲਿਆ ਹੈ। ਨਾਲੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਸਾਰਿਆਂ ਨੂੰ ਆਪਣੇ ਨੂੰ ਇੱਕ ਚੀਜ਼ ਅੰਡਰਸਟੈਂਡ ਕਰਨੀ ਚਾਹੀਦੀ ਇਸ ਟਾਈਮ, ਲਾਈਕ ਤੁਸੀਂ ਮੈਂਸ਼ਨ ਕੀਤਾ ਹੈ ਕਿ ਵੀ ਨੋ ਦਾ ਰਿਐਲਿਟੀ, ਕਿ ਜਿਹਦੀ $1,000-1500 ਪੇਮੈਂਟ ਵਧੀਆ ਪਰ ਮੰਥ, ਲਾਈਕ ਇਟਸ ਨਾਟ ਈਜ਼ੀ, ਬਟ ਇੱਕ ਚੀਜ਼ ਸਾਨੂੰ ਇਹ ਲਾਈਕ ਸੀ ਇਟਸ ਓਨਲੀ ਫॉर ਲਾਈਕ ਦਿਸ ਇਜ਼ ਲਾਈਕ ਟੈਂਪਰੇਰੀ ਥਿੰਗ ਗੋਇੰਗ ਔਨ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਚੀਜ਼ ਨੇ ਹੁਣ ਕੈਰੀ ਔਨ ਕਰਨਾ ਅਗਲੇ 5 ਸਾਲ, ਇਟਸ ਅ ਟੈਂਪਰੇਰੀ ਥਿੰਗ, ਬਿਕੋਜ਼ ਮਾਰਕੀਟ ਆਪਾਂ ਗੱਲ ਕਰੀਏ ਇਕੱਲੀ ਕੈਨੇਡਾ ਦੀ ਨਹੀਂ, ਆਲ ਓਵਰ ਵਰਲਡ, ਆਪਾਂ ਇੰਗਲੈਂਡ ਦੇਖ ਲਈਏ, ਆਸਟ੍ਰੇਲੀਆ ਦੇਖ ਲਈਏ, ਸਾਰੇ ਵਧਾ ਰਹੇ ਆ। ਇੱਕ ਟਾਈਮ ਆਇਆ ਹੋਇਆ ਇਕਨੋਮੀ ਦਾ ਜਿੱਥੇ ਵਾਰ ਚੱਲ ਰਹੀ ਆ, ਬੜਾ ਕੁਛ ਹੋ ਰਿਹਾ। ਸੋ ਇਹ ਫੇਸ ਹੈਗਾ ਆ, ਇਹ ਫੇਸ ਨੂੰ ਆਪਾਂ ਟੈਂਪਰੇਰੀ ਲੈ ਕੇ ਚੱਲੀਏ। ਸਮ ਹਾਊ ਅਸੀਂ ਜੇ ਸਾਲ ਦਾ $10,000 ਤੋਂ $15,000 ਐਕਸਟਰਾ ਪਾ ਰਹੇ ਹਾਂ, ਜਸਟ ਹੋਲਡ ਇਟ, ਤੁਹਾਡੀ ਪ੍ਰੋਪਰਟੀ ਹੈਗੀ ਆ। ਇਨ ਦਾ ਐਂਡ ਰੀਅਲ ਏਸਟੇਟ ਦੇਖੋ, ਮੈਂ ਗੱਲ ਕਰ ਰਿਹਾ ਸੀ, ਮੇਰੇ ਦੋਸਤ ਦੇ ਫਰੈਂਡ, ਮੇਰਾ ਦੋਸਤ ਆ, ਉਹਦੇ ਫਾਦਰ ਨੇ ਪ੍ਰੋਪਰਟੀ ਲਈ ਸੀ 1988 'ਚ, ਠੀਕ ਹੈ, 16% ਇੰਟਰਸਟ 'ਤੇ ਲਈ ਸੀ ਪ੍ਰੋਪਰਟੀ, ਅਰਾਊਂਡ ਲਾਈਕ ਮੈਂ ਕਿਹਾ 188 ਦੀ, ਰਾਈਟ। ਸੋ ਉਹਨਾਂ ਨੇ ਉਸ ਟਾਈਮ ਉਹਨੂੰ ਬੜੀ ਛੇਤੀ ਕਿਹਾ ਕਿ ਆਪਾਂ ਪੇਡ ਆਫ ਕਰਨਾ, ਕਿਉਂਕਿ ਇੰਟਰਸਟ ਰੇਟ ਇੰਨਾ ਹਾਈ ਸੀਗਾ। ਚਲੋ ਉਹਨਾਂ ਨੇ ਆਪਣੇ ਹਿਸਾਬ ਨਾਲ ਉਹਨੂੰ ਪੇਡ ਆਫ ਕੀਤਾ। ਅੱਜ 2022 ਦੇ ਵਿੱਚ ਭਾਵੇਂ ਮਾਰਕੀਟ ਡਾਊਨ ਵੀ ਆ, ਉਹਨਾਂ ਦੀ ਪ੍ਰੋਪਰਟੀ ਸਟਿਲ 800,000 ਹੈਗੀ ਆ। ਸੋ ਆਪਾਂ ਲੈ ਕੇ ਚੱਲੀਏ ਉਹਨਾਂ ਦੀ ਪ੍ਰੋਪਰਟੀ ਲਾਈਕ ਆਲਮੋਸਟ ਵੀ ਕੈਨ ਸੇ 30-34 ਸਾਲ ਹੋ ਗਏ ਆ, ਰਾਈਟ। ਸੋ ਰੀਅਲ ਏਸਟੇਟ ਇਨ ਦਾ ਐਂਡ ਲੌਂਗ ਟਰਮ ਦੇ ਵਿੱਚ ਤੁਹਾਨੂੰ ਫਾਇਦਾ ਹੀ ਦਿੰਦੀ ਆ, ਲਾਈਕ ਆਲਵੇਜ਼, ਰਾਈਟ, ਲਾਈਕ ਐਂਡ ਇਨ ਲਾਈਕ ਐਵਰੀ ਪਾਰਟ ਆਫ ਦਾ ਵਰਲਡ। ਆਪਾਂ ਇੰਡੀਆ 'ਚ ਵੀ ਆ, ਸਾਡੇ ਪੰਜਾਬ ਵਿੱਚ ਵੀ ਪ੍ਰੋਪਰਟੀਆਂ ਕਿੰਨੀਆਂ ਥੱਲੇ ਗਈਆਂ ਸੀਗੀਆਂ ਇੱਕ ਟਾਈਮ 'ਤੇ, ਰਾਈਟ, ਕਦੇ ਬਹੁਤ ਹਾਈ ਸੀਗੀਆਂ, ਅੱਜ ਫਿਰ ਉੱਥੇ ਲਾਈਕ ਗੁੱਡ ਰੇਟ ਮਿਲ ਰਿਹਾ। ਸੋ ਰੀਅਲ ਏਸਟੇਟ ਗੁੱਡ ਹੈਗੀ ਆ, ਹਾਂ, ਨੋ ਡਾਊਟ। ਸਾਨੂੰ ਬਹਿ ਕੇ ਆਪਣੇ ਫੈਮਿਲੀ ਨਾਲ, ਆਪਣੇ ਰੋਇਲਟਰ ਦੇ ਨਾਲ, ਮੌਰਗੇਜ ਨਾਲ ਪ੍ਰੋਪਰ ਪਲਾਨ ਕਰਨਾ ਚਾਹੀਦਾ ਹੈ, ਰੈਦਰ ਦੈਨ ਜੰਪ ਅਪੋਨ, ਜਦੋਂ ਤੁਸੀਂ ਕਿਹਾ ਕਿ ਕਿਸੇ ਨੂੰ ਦੇਖ ਕੇ ਆਪਾਂ ਸ਼ੋ ਅਪ ਹੀ ਕਰੀ ਜਾਈਏ, ਰਾਈਟ। ਇਹ ਜਸਟ ਹਰਟਸ ਇਨ ਲੌਂਗ ਟਰਮ, ਬਟ ਆਈ ਥਿੰਕ ਸੇਮ ਥਿੰਗ ਅੱਜ ਚੀਜ਼ ਹੋਈ ਹੈ ਕਿ ਜਿਹੜੀਆਂ ਲੋਕੀ ਨਾ ਉਹ ਨੈਰੇਟਿਵ ਨਾਲ ਲਾਈ ਨਹੀਂ ਰਹੇ ਕਰਕੇ ਅਸੀਂ ਘਰ ਲੈ ਰਹੇ ਹਾਂ, ਅਤੇ ਸਾਨੂੰ ਹੁਣ ਇਹ 25-30 ਸਾਲ ਅਸੀਂ ਇਸ ਘਰ ਦੇ ਵਿੱਚ ਰਹਿਣਾ, ਹੈ ਨਾ। ਜਦੋਂ ਮੰਨ ਲਓ ਕਿ ਕਈ ਵਾਰ ਜ਼ਰੂਰਤ ਵੀ ਹੋ ਜਾਂਦੀ, ਤੁਹਾਡੀ ਫੈਮਿਲੀ ਜਵਾਕ ਵੱਡੇ ਹੋ ਜਾਂਦੇ, ਚਲੋ ਬੰਦੇ ਨੂੰ ਮੂਵ ਕਰਨਾ ਪੈਂਦਾ, ਹੈ ਨਾ। ਕਈ ਵਾਰ ਤੁਸੀਂ ਚੀਜ਼ਾਂ ਸਾਰ ਵੀ ਸਕਦੇ ਹੁੰਦੇ ਆ, ਪਰ ਐਂਡ ਆਫ ਦਾ ਡੇ ਜੇ ਤੁਸੀਂ ਇਹ ਸੋਚ ਕੇ ਚੱਲਦੇ ਆ ਕਿ ਯਾਰ ਅਸੀਂ ਲੌਂਗ ਟਰਮ ਰਹਿਣਾ ਵਾ, ਹੈ ਨਾ, ਉਹਦੇ ਲਈ ਇੱਕ ਡਿਫਰੈਂਟ ਕੌਨਸੈਪਟ ਆ ਕਿ ਅਸੀਂ ਲੈ ਲਿਆ ਕਿ ਹਾਂ ਸਾਨੂੰ ਪਤਾ ਕਿ ਇੰਨੇ ਦਾ ਇਹ ਅਸੀਂ ਕਰਨਾ, ਮਤਲਬ ਤੁਹਾਡਾ ਲੌਂਗ ਟਰਮ ਇੱਕ ਤੁਸੀਂ ਨਿਊਟਰਲ ਦੇ ਵਿੱਚ ਆ ਜਾਂਦੇ ਆ, ਤੁਸੀਂ ਫਿਰ ਵੀ ਗੇਨ ਕਰ ਲੈਂਦੇ ਆ, ਕੁਝ ਮਾਰਕੀਟ ਉੱਪਰ ਥੱਲੇ ਤਾਂ ਜਾਂਦੀ ਰਹਿਣੀ ਹੈ, ਰਾਈਟ। ਪਰ ਉਹੀ ਹੈ ਕਿ ਤੁਸੀਂ ਜਿਹੜਾ ਵੀ ਆਪਣਾ ਘਰ ਆ ਉਹਨੂੰ ਥੋੜ੍ਹਾ ਜਿਹਾ ਸਲਾਹ ਮਸ਼ਵਰੇ ਨਾਲ ਸਾਰੀਆਂ ਚੀਜ਼ਾਂ ਨੂੰ ਸੋਚ ਸਮਝ ਕੇ ਆਪਣਾ ਕਰੋ, ਹੈ ਨਾ, ਤਾਂ ਕਿ ਕੱਲ੍ਹ ਨੂੰ ਜਿਹੜਾ ਤੁਹਾਡਾ ਡਿਸੀਜਨ ਆ ਤੁਹਾਨੂੰ ਆਏ ਨਾ ਹੋਵੇ ਕਿ ਮੈਂ ਬਹੁਤ ਘਾਟੇ ਦਾ ਡਿਸੀਜਨ ਲਿਆ, ਹੈ ਨਾ। ਕਈ ਵਾਰ ਰੈਸ਼ਨਲ ਡਿਸੀਜਨ ਆਪਾਂ ਲੈ ਲੈਂਦੇ ਹਾਂ, ਅਤੇ ਟਰਾਈ ਹੈ ਕਿ ਹੋਪਫੁਲੀ ਇਹ ਜਿਹੜੀਆਂ ਚੀਜ਼ਾਂ ਨੇ ਮਾਰਕੀਟ ਬੰਦੇ ਨੂੰ ਕਈ ਵਾਰ ਆਇਆ ਹੁੰਦਾ ਨਾ ਕਿ ਇੱਕ ਮਾਰਕੀਟ ਹੀ ਤੁਹਾਨੂੰ ਸਿਖਾਉਂਦੀ ਨਹੀਂ, ਜਦੋਂ ਤੁਸੀਂ ਡਿਪ ਆਉਂਦੀ ਆ ਤੁਸੀਂ ਚੀਜ਼ਾਂ ਉਦੋਂ ਹੀ ਸਿੱਖਦੇ, ਰਾਈਟ, ਤੁਸੀਂ ਲਰਨ ਉਦੋਂ ਹੀ ਕਰਦੇ ਆ।
ਸੋ ਐਨੀਵੇਜ਼ ਬਟ ਥੈਂਕ ਯੂ ਗਾਇਜ਼ ਸੋ ਮਚ ਫॉर ਸਟਿਕਿੰਗ ਆਊਟ ਐਂਡ ਹੋਪਫੁਲੀ ਕਿ ਕੁਝ ਡਿਸਕਸ਼ਨ ਤੋਂ ਤੁਹਾਨੂੰ ਵੀ ਆਪਣੇ ਵਿਚਾਰ ਹੋਣਗੇ ਤੁਹਾਡੇ ਲੀਵ ਇਨ ਅ ਕਮੈਂਟ ਜੇ ਕੁਝ ਹੋਰ ਟੌਪਿਕ ਹੈਗਾ ਜਿਹਦੇ ਬਾਰੇ ਤੁਸੀਂ ਸੋਚਦੇ ਆ ਕਿ ਆਪਾਂ ਗੱਲ ਕਰ ਸਕਦੇ ਹਾਂ ਆਈ ਥਿੰਕ ਵੀ ਸ਼ੁੱਡ ਡੂ ਮੋਰ ਡਿਸਕਸ਼ਨਸ ਹੈ ਨਾ ਹਾਊਸ ਹੋਲਡ ਦੇ ਵਿੱਚ ਆਪਣੀ ਕਮਿਊਨਿਟੀ ਫੈਮਿਲੀ ਫਰੈਂਡ ਸਰਕਲ ਦੇ ਵਿੱਚ ਆਪਾਂ ਨੂੰ ਇਹ ਡਿਸਕਸ਼ਨਾਂ ਵੀ ਕਰਨੀਆਂ ਚਾਹੀਦੀਆਂ ਜਿੱਥੇ ਆਪਾਂ ਹੋਰ ਸਾਰਾ ਕੁਝ ਹੈ ਨਾ ਇਕੱਠੇ ਕਰਦੇ ਹਾਂ ਆਈ ਥਿੰਕ ਦੀ ਡਿਸਕਸ਼ਨ ਨੀਡਸ ਟੂ ਬੀ ਹੈਪਨ in our family basis like regular time ਦੇ ਉੱਤੇ ਨਾ ਐਂਡ ਯੂ نو ਆਪਾਂ ਨੂੰ ਹਮੇਸ਼ਾ ਇਹ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਆ ਕਿ ਜਸਟ ਆਪਾਂ ਜਿੱਥੋਂ ਸਟਾਰਟ ਕੀਤਾ ਸੀ ਵੀ ਸ਼ੁਡ ਨਾਟ ਟਰੀਟ ਆਰ ਰੈਸੀਡੈਂਸ਼ੀਅਲ ਹੋਮ ਐਸ ਏ ਸੋਰਸ ਆਫ ਇਨਕਮ ਸੋਰਸ ਆਫ ਇਨਕਮ ਰੀਅਲ estate ਦੇ ਵਿੱਚ ਬੜੇ ਹੈਗੇ ਆ ਇਨਵੈਸਟਿੰਗ ਹੈਗੀ ਆ ਰੈਂਟਲ ਪ੍ਰੋਪਰਟੀਜ਼ ਹੈਗੀਆਂ ਟਨਸ ਆਫ ਥਿੰਗਸ ਬਟ ਟਰੀਟ ਯੂਰ ਰੈਸੀਡੈਂਸ਼ੀਅਲ ਹੋਮ ਐਸ ਏ ਰੈਸੀਡੈਂਸ਼ੀਅਲ ਹੋਮ ਜਸਟ ਐਸ ਦਾ ਹੋਮ ਟੂ ਮੇਕ ਮੈਮਰੀ ਆਪਣੀਆਂ ਕਹਿੰਦੇ ਜ਼ਿੰਦਗੀ ਦੀਆਂ ਯਾਦਾਂ ਬਣਾਉਣ ਲਈ ਆਪਾਂ ਉਹ ਕਰ ਲੈਂਦੇ ਨਾ ਕਿ ਇਨਕਮ ਬਣਾਉਣ ਲਈ Alright guys, thank you so much and take care. ਠੀਕ ਹੈ